ਸਤਿ ਸ਼੍ਰੀ ਅਕਾਲ ਜੀ, ਹਾਰਦਿਕ ਸਵਾਗਤ ਹੈ ਸਾਰਿਆਂ ਦਾ ਬੀ ਆਰਟਸ ਟੌਪਰ YouTube ਚੈਨਲ ਤੇ, ਜਿੱਥੇ ਅਸੀਂ BA 5th ਸਮੈਸਟਰ ਦੇ ਸਟੂਡੈਂਟਸ ਲਈ ਪੰਜਾਬੀ ਕੰਪਲਸਰੀ ਦੀ ਕਿਤਾਬ ਮੱਧਕਾਲੀ ਪੰਜਾਬੀ ਕਾਵਿ ਸੁਰਾਂ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਭਗਤ ਰਵਿਦਾਸ ਦਾ ਜਿਹੜਾ ਚੈਪਟਰ ਹੈ, ਦੂਜਾ ਚੈਪਟਰ, ਉਹ ਅਸੀਂ ਡਿਸਕਸ ਕਰ ਰਹੇ ਸੀ ਤੇ ਅੱਜ ਦੀ ਇਸ ਪਾਰਟਿਕੂਲਰ ਵੀਡੀਓ 'ਚ ਚੌਥਾ ਸ਼ਬਦ ਡਿਸਕਸ ਕਰਨਾ ਹੈ ਭਗਤ ਰਵਿਦਾਸ ਦਾ ਲਿਖਿਆ ਹੋਇਆ ਨਾਗਰ ਜਨਾ ਮੇਰੀ ਜਾਤ। ਨਾਗਰ ਜਨਾ ਦਾ ਮਤਲਬ ਹੈ ਨਗਰ ਦਾ ਨਿਵਾਸੀ ਤੇ ਮੇਰੀ ਜਾਤ ਕੀ ਹੈ ਉਹ ਉਹਨਾਂ ਨੇ ਦੱਸੀ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਗਤ ਰਵਿਦਾਸ ਜੀ ਇੱਕ ਸੋ ਕਾਲਡ ਲੋਅਰ ਕਾਸਟ ਤੋਂ ਬਿਲੋਂਗ ਕਰਦੇ ਸੀ। ਨਾਗਰ ਜਨਾ ਮੇਰੀ ਜਾਤ ਉਹਨਾਂ ਦੀ ਚਮਾਰ ਸੀ। ਠੀਕ ਹੈ। ਸੋ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰ। ਨਾਗਰ ਜਨਾ ਨਗਰ ਦਾ ਮੈਂ ਨਿਵਾਸੀ ਹਾਂ, ਭਗਤ ਰਵਿਦਾਸ ਜੀ ਕਹਿੰਦੇ ਹਨ। ਮੇਰੀ ਜਾਤ ਕੀ ਹੈ? ਵਿਖਿਆਤ ਚਮਾਰ। ਮੇਰੀ ਜਾਤ ਚਮਾਰ ਦੇ ਨਾਂ ਤੋਂ ਮਸ਼ਹੂਰ ਹੈ। ਹਿਰਦੇ ਰਾਮ ਗੋਬਿੰਦ ਗੁਣ ਸਾਰੇ। ਹੁਣ ਭਾਵੇਂ ਮੇਰੀ ਜਾਤ ਚਮਾਰ ਹੈ, ਪਰ ਮੇਰੇ ਹਿਰਦੇ ਵਿੱਚ, ਮੇਰੇ ਹਾਰਟ, ਮੇਰੇ ਦਿਲ 'ਚ ਰਾਮ ਗੋਬਿੰਦ ਦੇ ਸਾਰੇ ਗੁਣ ਵਸਦੇ ਹਨ। ਮਤਲਬ ਮੈਂ ਆਪਣੇ ਦਿਲ ਵਿੱਚ ਪਰਮਾਤਮਾ ਨੂੰ ਵਸਾਇਆ ਹੋਇਆ ਹੈ। ਮੇਰੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ। ਮੈਂ ਪਰਮਾਤਮਾ ਦਾ ਨਾਂ ਮੇਰੇ ਹਿਰਦੇ ਵਿੱਚ ਸਮਾਇਆ ਹੋਇਆ ਹੈ, ਭਗਤ ਰਵਿਦਾਸ ਜੀ ਕਹਿੰਦੇ ਹਨ। ਠੀਕ ਹੈ। ਤਾਂ ਭਾਵੇਂ ਮੇਰੀ ਜਾਤ ਚਮਾਰ ਹੈ, ਸੋ ਕਾਲਡ ਲੋਅਰ ਕਲਾਸ ਮੈਨੂੰ ਕਹਿੰਦੇ ਹਨ, ਪਰ ਮੈਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾਇਆ ਹੋਇਆ ਹੈ। ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨ। ਹੁਣ ਸੁਰਸਰੀ ਸਰਲ ਦਾ ਅਰਥ ਹੈ ਗੰਗਾ ਜਲ। ਸਲਲ ਦਾ ਮਤਲਬ ਹੁੰਦਾ ਹੈ ਪਾਣੀ, ਸੁਰਸਰੀ ਦਾ ਮਤਲਬ ਹੁੰਦਾ ਹੈ ਨਦੀ। ਤੇ ਗੰਗਾ ਜਲ ਇਹਨੂੰ ਇਸ ਲਈ ਕਹਿੰਦੀ ਹੈ ਕਿਉਂਕਿ ਸੁਰਸਰੀ ਸਲਲ ਇੱਥੇ ਮਤਲਬ ਨਦੀ ਦਾ ਪਾਣੀ ਦੀ ਗੱਲ ਕੀਤੀ ਹੋਈ ਹੈ, ਪਰ ਨਦੀ ਐਕਚੁਅਲ 'ਚ ਇਸ ਸ਼ਬਦ ਵਿੱਚ ਗੰਗਾ ਨਦੀ ਦੀ ਗੱਲ ਕੀਤੀ ਹੋਈ ਹੈ ਪਾਰਟਿਕੂਲਰਲੀ, ਬਿਕੋਜ਼ ਭਗਤ ਰਵਿਦਾਸ ਜੀ ਗੰਗਾ ਕਿਨਾਰੇ ਰਹਿੰਦੇ ਸੀ, ਬਨਾਰਸ 'ਚ। ਠੀਕ ਹੈ। ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨ। ਤੇ ਬਾਰੁਨੀ ਦਾ ਮਤਲਬ ਹੁੰਦਾ ਹੈ ਸ਼ਰਾਬ। ਇਹ ਬਾਰੁਨੀ ਕੀ ਹੈ? ਸ਼ਰਾਬ ਹੈ, ਜਿਸਦਾ ਸੰਤ ਜਿਹੜੇ ਹਨ, ਜਿਹੜੇ ਪਰਮਾਤਮਾ ਦੀ ਭਗਤੀ ਵਿੱਚ ਰਹਿੰਦੇ ਹਨ, ਉਹ ਸ਼ਰਾਬ ਦਾ ਸੇਵਨ ਨਹੀਂ ਕਰਦੇ। ਉਹ ਕੀ ਪੀਂਦੇ ਹਨ? ਉਹ ਸੁਰਸਰੀ ਸਲਲ ਪੀਂਦੇ ਹਨ। ਪਰਮਾਤਮਾ ਦੀ ਭਗਤੀ ਕਰਨ ਵਾਲੇ ਲੋਕ ਸੁਰਸਰੀ ਸਲਲ ਗੰਗਾ ਜਲ ਪੀਂਦੇ ਹਨ। ਉਹ ਸ਼ਰਾਬ ਨੂੰ ਹੱਥ ਨਹੀਂ ਲਾਉਂਦੇ। ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸੁਰੀ ਮਿਲਤ ਨਹੀਂ ਹੋਏ ਆਨ। ਹੁਣ ਸੁਰਾ ਮਤਲਬ ਸ਼ਰਾਬ ਅਪਵਿੱਤਰ ਹੁੰਦੀ ਹੈ, ਪਰ ਜੇਕਰ ਇਸ ਵਿੱਚ ਗੰਗਾ ਜਲ ਵੀ ਮਿਲਾ ਦਿਆ ਜਾਵੇ, ਉਹ ਫਿਰ ਵੀ ਅਪਵਿੱਤਰ ਹੀ ਰਹੇਗੀ। ਉਸਦੀ ਪਵਿੱਤਰਤਾ ਚੇਂਜ ਨਹੀਂ ਹੁੰਦੀ। ਠੀਕ ਹੈ। ਸੋ ਭਗਤ ਰਵਿਦਾਸ ਜੀ ਆਖਦੇ ਹਨ ਕਿ ਮੈਨੂੰ ਮੇਰੇ ਨਗਰ ਨਿਵਾਸੀ ਚਮਾਰ ਆਖਦੇ ਹਨ। ਨਗਰ ਨਿਵਾਸੀ ਕੀ ਆਖਦੇ ਹਨ? ਭਗਤ ਰਵਿਦਾਸ ਜੀ ਨੂੰ ਚਮਾਰ ਆਖਦੇ ਹਨ। ਉਹਨਾਂ ਦੀ ਕਾਸਟ ਤੋਂ ਉਹਨਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਮੇਰੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਂ ਸਮਾਇਆ ਹੋਇਆ ਹੈ ਤੇ ਮੈਂ ਉਸ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਕਰਦਾ ਹਾਂ। ਸੈਕੰਡ ਲਾਈਨ ਹੈ ਨਾ ਜਿਹੜੀ, ਹਿਰਦੇ ਰਾਮ ਗੋਬਿੰਦ ਗੁਣ ਸਾਰੇ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਂ ਸਮਾਇਆ ਹੋਇਆ ਹੈ ਤੇ ਮੈਂ ਉਸ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਕਰਦਾ ਹਾਂ। ਪਰਮਾਤਮਾ ਦੇ ਭਗਤ ਗੰਗਾ ਨਦੀ ਦਾ ਪਵਿੱਤਰ ਜਲ ਪੀਂਦੇ ਹਨ। ਠੀਕ ਹੈ। ਤਾਂ ਪਰਮਾਤਮਾ ਦੇ ਜਿਹੜੇ ਭਗਤ ਹੁੰਦੇ ਹਨ, ਪਰਮਾਤਮਾ ਦੀ ਭਗਤੀ ਕਰਨ ਵਾਲੇ, ਗੰਗਾ ਨਦੀ ਦਾ ਪਵਿੱਤਰ ਜਲ ਪੀਂਦੇ ਹਨ। ਉਹ ਸ਼ਰਾਬ ਪੀਣ ਦੇ ਨੇੜੇ ਨਹੀਂ ਜਾਂਦੇ, ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦੇ। ਅਰਥਾਤ ਪਰਮਾਤਮਾ ਦੇ ਭਗਤ ਦੁਨੀਆ ਵਿੱਚ ਮਾੜੇ ਕੰਮਾਂ ਤੋਂ ਮੂੰਹ ਮੋੜ ਕੇ ਚੰਗੇਰੇ ਕੰਮ ਹੀ ਕਰਦੇ ਹਨ। ਠੀਕ ਹੈ। ਇਸ ਲਾਈਨ ਦਾ ਐਕਚੁਅਲ ਮੀਨਿੰਗ ਇਹ ਹੈ, ਜਦੋਂ ਭਗਤ ਰਵਿਦਾਸ ਜੀ ਕਹਿ ਰਹੇ ਹਨ ਕਿ ਪਰਮਾਤਮਾ ਦੇ ਭਗਤ ਗੰਗਾ ਨਦੀ ਦਾ ਜਲ ਪੀਂਦੇ ਹਨ, ਪਵਿੱਤਰ ਜਲ, ਉਹ ਸ਼ਰਾਬ ਨਹੀਂ ਪੀਂਦੇ। ਇਸ 'ਚ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਪਰਮਾਤਮਾ ਦੇ ਭਗਤ ਦੁਨੀਆ ਵਿੱਚ ਮਾੜੇ ਕੰਮਾਂ ਤੋਂ ਮੂੰਹ ਮੋੜ ਕੇ ਸਿਰਫ ਚੰਗੇਰੇ ਕੰਮ ਹੀ ਕਰਦੇ ਹਨ। ਠੀਕ ਹੈ। ਤੇ ਸ਼ਰਾਬ ਜਿਹੜੀ ਹੈ ਉਹ ਅਪਵਿੱਤਰ ਹੁੰਦੀ ਹੈ, ਤੇ ਇਸ ਵਿੱਚ ਗੰਗਾ ਦਾ ਪਵਿੱਤਰ ਜਲ ਵੀ ਜਦੋਂ ਪਾਇਆ ਜਾਂਦਾ ਹੈ ਤਾਂ ਉਹਦਾ ਸੁਭਾਅ, ਜਿਹੜੀ ਅਪਵਿੱਤਰਤਾ ਹੈ, ਉਹ ਦੂਰ ਨਹੀਂ ਹੁੰਦੀ। ਸ਼ਰਾਬ ਹੀ ਰਹੇਗੀ ਭਾਵੇਂ ਉਸ ਵਿੱਚ ਗੰਗਾ ਜਲ ਵੀ ਗੇਰ ਦੋ। ਠੀਕ। ਇੰਜ ਭਗਤ ਰਵਿਦਾਸ ਜੀ ਪ੍ਰਤੀਕਾਂ ਰਾਹੀਂ ਮਨੁੱਖਾਂ ਨੂੰ ਚੰਗੇਰੇ ਕੰਮ ਕਰਨ ਲਈ ਪ੍ਰੇਰਦੇ ਹਨ। ਤਾਂ ਐਕਚੁਅਲ 'ਚ ਭਗਤ ਰਵਿਦਾਸ ਜੀ ਲੋਕਾਂ ਨੂੰ ਕੀ ਕਹਿੰਦੇ ਹਨ? ਮਨੁੱਖਾਂ ਨੂੰ ਚੰਗੇਰੇ ਕੰਮ ਕਰਨ ਲਈ ਪ੍ਰੇਰਨਾ ਦਿੰਦੇ ਹਨ। ਇਹਦੇ ਵਿੱਚ ਉਹਨਾਂ ਨੇ ਪ੍ਰਤੀਕ ਯੂਜ਼ ਕੀਤੇ ਹੈ, ਜਿਵੇਂ
ਸ਼ਰਾਬ ਅਪਵਿੱਤਰ ਹੁੰਦੀ ਹੈ ਤੇ ਭਗਤੀ ਕਰਨ ਵਾਲੇ ਲੋਕ ਉਸ ਤੋਂ ਦੂਰ ਰਹਿੰਦੇ ਹਨ। ਭਾਵੇਂ ਉਸ ਵਿੱਚ ਗੰਗਾ ਜਲ ਵੀ ਡਾਲ ਦਿਓ ਤਾਂ ਵੀ ਉਸ ਦੀ ਅਪਵਿੱਤਰਤਾ ਦੂਰ ਨਹੀਂ ਹੁੰਦੀ। ਠੀਕ ਹੈ, ਪਰਮਾਤਮਾ ਦੀ ਭਗਤੀ ਕਰਨ ਵਾਲੇ ਲੋਕ ਗੰਗਾ ਨਦੀ ਦਾ ਪਵਿੱਤਰ ਜਲ ਪੀਂਦੇ ਹਨ। ਇਹ ਉਹਨਾਂ ਨੇ ਕੁਝ ਪ੍ਰਤੀਕ ਯੂਜ਼ ਕੀਤੇ ਹਨ ਤੇ ਇਹਨਾਂ ਤੋਂ ਉਹਨਾਂ ਨੇ ਇਹ ਦੱਸਣਾ ਚਾਹਿਆ ਹੈ ਕਿ ਮਨੁੱਖਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਤੇ ਮਾੜੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਠੀਕ ਹੈ, तार अपवित्र कर मानिए रे जैसे कागरा करत विचार। तर ਹੁੰਦਾ ਹੈ ਤਰੂ, ਜਿਵੇਂ ਕਹਿੰਦੇ ਆ ਰੁੱਖ, ਪੇੜ ਜਿਹੜਾ ਹੁੰਦਾ ਉਸਨੂੰ ਇੱਥੇ ਤਰ ਕਿਹਾ ਗਿਆ। ਤਾਰੀ, ਤਾਰੀ ਦਾ ਇੱਕ ਪੇੜ ਹੁੰਦਾ ਹੈ। ਤਾਰੀ ਮਤਲਬ ਤਾਰੀ ਦਾ ਰੁੱਖ ਅਪਵਿੱਤਰ, ਉਸਨੂੰ ਨਾ ਲੋਕ ਅਪਵਿੱਤਰ ਮੰਨਦੇ ਹਨ। ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰ, ਪਰ ਜਦੋਂ ਉਸਦੇ ਕਾਗਜ਼ ਬਣਦੇ ਹਨ, ਤਾੜੀ ਦੇ ਜਿਹੜਾ ਰੁੱਖ ਹੁੰਦਾ ਹੈ, ਤਾੜ ਦਾ ਪੇੜ, ਉਸਨੂੰ ਅਪਵਿੱਤਰ ਮੰਨਦੇ ਹਨ, ਪਰ ਉਸ ਤੋਂ ਕੀ ਬਣਦਾ ਹੈ? ਕਾਗਜ਼ ਬਣਦੇ ਹਨ। ਭਗਤ ਭਾਗੋਂ ਲਿਖੀ ਹੈ ਤੇ ਉਪਰੇ ਪੂਜੀਏ ਕਰ ਨਮਸਕਾਰ, ਪਰ ਜਦੋਂ ਉਸ ਕਾਗਜ਼ ਤੇ ਜਿਹੜਾ ਕਿ ਤਾੜੀ ਦੇ ਰੁੱਖ ਤੋਂ ਬਣਿਆ ਹੈ, ਤਾੜੀ ਦਾ ਰੁੱਖ ਵੈਸੇ ਅਪਵਿੱਤਰ ਮੰਨਿਆ ਜਾਂਦਾ ਹੈ, ਪਰ ਜਦੋਂ ਉਸ ਤੋਂ ਕਾਗਜ਼ ਬਣਦਾ ਹੈ ਤੇ ਉਸ ਕਾਗਜ਼ ਉੱਪਰ ਪਵਿੱਤਰ ਗ੍ਰੰਥ ਲਿਖੇ ਜਾਂਦੇ ਹਨ। ਇਹ ਹੈ ਨਾ ਭਗਤੀ ਭਾਗੋਂ, ਮਤਲਬ ਭਾਗਵਤ ਜਦੋਂ ਉੱਥੇ ਲਿਖੀ ਜਾਂਦੀ ਹੈ, ਭਾਗਵਤ ਦਾ ਅਰਥ ਇੱਥੇ ਸਾਰੇ ਪਵਿੱਤਰ ਗ੍ਰੰਥ ਹਨ ਤੇ ਲਿਖੀਏ ਤੇ ਉੱਪਰ ਪੂਜੀਏ ਕਰ ਨਮਸਕਾਰ, ਤਾਂ ਉਸ ਅੱਗੇ ਸਾਰੇ ਸੀਸ ਝੁਕਾਉਂਦੇ ਹਨ, ਉਸ ਨੂੰ ਨਮਸਕਾਰ ਕਰਦੇ ਹਨ ਉਸ ਕਾਗਜ਼ ਨੂੰ। ਮੇਰੀ ਜਾਤ ਕੁਟ ਬਾਂਡਲਾ ਢੇਰ ਢੋਵੰਤਾ ਨਿਤ ਬਨਾਰਸੀ ਆਸਾ ਪਾਸਾ। ਹੁਣ ਫਿਰ ਇੱਥੇ ਆਪਣੀ ਜਾਤ ਦਾ ਵਰਣਨ ਕਰਦੇ ਹਨ ਕਿ ਮੇਰੀ ਕਾਸਟ ਕੀ ਹੈ, ਚਮਾਰ ਹੈ ਤੇ ਮੈਂ ਬਨਾਰਸ ਦੇ ਨੇੜੇ ਦੇੜੇ, ਬਨਾਰਸੀ ਆਸਾ ਪਾਸਾ ਮਤਲਬ ਬਨਾਰਸ ਦੇ ਨੇੜੇ ਦੇੜੇ ਨਿਤ ਰੋਜ਼ ਜਿਹੜੇ ਮਰੇ ਹੋਏ ਪਸ਼ੂ ਹੁੰਦੇ ਹਨ, ਬਾਂਡਲਾ ਮੀਨਸ ਮਰੇ ਪਸ਼ੂਆਂ ਚਮੜਾ ਬਣਾਉਣ ਵਿੱਚ ਉਹ ਕੰਮ ਆਉਂਦੀ ਹੈ ਨਾ ਉਨਕੀ ਖਾਲ, ਤਾਂ ਮਰੇ ਪਸ਼ੂ ਢੋਂਦਾ ਹਾਂ। ਅਬ ਵਿਪਰ ਪ੍ਰਧਾਨ ਤਹਿ, ਅਬ ਦਾ ਮਤਲਬ ਹੁਣ, ਵਿਪਰ ਪ੍ਰਧਾਨ ਤਹਿ ਕਰੇ ਡੰਡੋਤ ਤੇਰੇ ਨਾਮ ਸਰਨਾਏ ਰਵਿਦਾਸ, ਮਤਲਬ ਪਰਮਾਤਮਾ ਨੂੰ ਉਹ ਦੰਡੋਤ ਪ੍ਰਣਾਮ ਕਰਦੇ ਹੋਏ ਪਰਮਾਤਮਾ ਦਾ ਨਾਂ ਜਪਦੇ ਹਨ ਰਵਿਦਾਸ ਜੀ ਤੇ ਉਹਨਾਂ ਦੀ ਸ਼ਰਨ ਵਿੱਚ ਆਏ ਹਨ। ਇਸ ਵਿੱਚ ਇਹ ਦੱਸਿਆ ਗਿਆ ਐਕਚੁਅਲੀ ਕਿ ਮਨੁੱਖ ਨੂੰ ਸੱਚਾ ਸੁੱਚਾ ਆਚਰਣ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਂ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ। ਠੀਕ ਹੈ, ਤੇ ਕਾਸਟ ਇਨਸਾਨ ਦੀ ਭਾਵੇਂ ਕੋਈ ਵੀ ਹੋਵੇ। ਸੋ ਭਗਤ ਰਵਿਦਾਸ ਜੀ ਆਖਦੇ ਹਨ ਕਿ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ, ਜਿਵੇਂ ਕਿ ਤਾੜੀ ਦਾ ਜਿਹੜਾ ਰੁੱਖ ਹੈ ਉਸਨੂੰ ਅਪਵਿੱਤਰ ਮੰਨਦੇ ਹਨ, ਪਰ ਇਸ ਦਾ ਕਾਗਜ਼ ਬਣਾਉਣ ਉਪਰੰਤ ਉਹਨਾਂ ਉੱਪਰ ਭਾਗਵਤ ਭਾਵ ਪਵਿੱਤਰ ਗ੍ਰੰਥ ਦੀਆਂ ਸਤਰਾਂ ਲਿਖੀਆਂ ਜਾਂਦੀਆਂ ਹਨ ਤਾਂ ਲੋਕ ਉਸ ਅੱਗੇ ਸੀਸ ਝੁਕਾਉਂਦੇ ਹਨ। ਮਤਲਬ ਜਦੋਂ ਮਨੁੱਖ ਦਾ ਆਚਰਣ ਠੀਕ ਹੁੰਦਾ ਹੈ ਤਾਂ ਲੋਕ ਉਸ ਅੱਗੇ ਸੀਸ ਝੁਕਾਉਂਦੇ ਹਨ, ਉਸਦਾ ਸਤਿਕਾਰ ਕਰਦੇ ਹਨ। ਜਿਵੇਂ ਕਿ ਤਾੜੀ ਦਾ ਰੁੱਖ ਵੈਸੇ ਤਾਂ ਅਪਵਿੱਤਰ ਹੈ, ਪਰ ਜਦੋਂ ਉਸ ਰੁੱਖ ਦਾ ਕਾਗਜ਼ ਬਣਦਾ ਹੈ, ਉਸ ਤੇ ਪਵਿੱਤਰ ਗ੍ਰੰਥ ਲਿਖੇ ਜਾਂਦੇ ਹਨ ਤਾਂ ਲੋਕ ਉਸ ਦਾ ਸਤਿਕਾਰ ਕਰਦੇ ਹਨ। ਇਸੇ ਤਰ੍ਹਾਂ ਜਦੋਂ ਕੋਈ ਮਨੁੱਖ ਕਿਸੇ ਸੋ ਕਾਲਡ ਲੋਅਰ ਕਾਸਟ ਤੋਂ ਬਿਲੋਂਗ ਕਰਦਾ ਹੋਵੇ, ਉਹ ਪਰਮਾਤਮਾ ਦਾ ਨਾਮ ਲੈਂਦਾ ਹੈ ਤਾਂ ਉਸ ਦਾ ਵੀ ਲੋਕ ਸਤਿਕਾਰ ਕਰਦੇ ਹਨ। ਉਹਦੇ ਜਿਹੜਾ ਕਿ ਜੋ ਚੰਗੇ ਕੰਮ ਕਰਦਾ ਹੈ ਤਾਂ ਉਸਨੂੰ ਸਤਿਕਾਰ ਪ੍ਰਾਪਤ ਹੁੰਦਾ ਹੈ। ਠੀਕ ਹੈ, ਅਰਥਾਤ ਉਸ ਸਾਹਮਣੇ ਸਤਿਕਾਰ ਪ੍ਰਗਟ ਕਰਦੇ ਹਨ। ਉਹ ਆਖਦੇ ਹਨ ਕਿ ਮੇਰੀ ਜਾਤ ਚਮਾਰ ਹੈ ਅਤੇ ਮੈਂ ਚਮੜਾ ਕੱਟਣ ਤੇ ਛੰਡਣ ਵਾਲਾ ਕੰਮ ਕਰਦਾ ਹਾਂ। ਮੈਂ ਹਰ ਰੋਜ਼ ਬਨਾਰਸ ਸ਼ਹਿਰ ਦੇ ਨੇੜੇ ਤੇੜੇ ਮਰੇ ਹੋਏ ਪਸ਼ੂ ਢੋਂਦਾ ਹਾਂ। ਅਜੋਕੇ ਸਮੇਂ ਵਿੱਚ ਭਾਵੇਂ ਬ੍ਰਾਹਮਣੀ ਸੋਚ ਦਾ ਬੋਲਬਾਲਾ ਹੈ, ਅੱਜ ਦੇ ਸਮੇਂ ਵਿੱਚ ਮੋਸਟਲੀ ਬ੍ਰਾਹਮਣੀ ਸੋਚ ਨੂੰ ਜ਼ਿਆਦਾ ਉੱਪਰ ਰੱਖਿਆ ਜਾਂਦਾ ਹੈ। ਮੈਂ ਦੰਡੋਤ ਕਰਦਾ ਹਾਂ, ਉਸ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਹਾਂ ਤੇ ਇਸ ਸਮੇਂ ਮੈਂ ਦੰਡਵਤ ਪ੍ਰਣਾਮ ਕਰਦਾ ਹੋਇਆ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਹਾਂ। ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਜੀਵਾਂ ਨਾਲ ਜਾਤ ਦੇ ਆਧਾਰ ਤੇ ਵਿਚਰਨ ਦੀ ਥਾਂ ਉਹਨਾਂ ਦੇ ਕਰਮਾਂ ਦੀ ਪਛਾਣ ਕਰਦਿਆਂ ਉਹਨਾਂ ਨਾਲ ਠੀਕ ਵਿਹਾਰ ਕਰਨ ਦੀ ਪ੍ਰੇਰਨਾ ਦਿੱਤੀ ਹੈ। ਮਤਲਬ ਕਿ ਉਹ ਚਾਹੁੰਦੇ ਹਨ ਕਿ ਸਾਰਿਆਂ ਨਾਲ ਚੰਗੀ ਤਰ੍ਹਾਂ ਵਿਵਹਾਰ ਹੋਇਆ ਕਰੇ, ਇਕੁਐਲਿਟੀ ਹੋਏ ਸਮਾਜ ਵਿੱਚ। ਇਸੇ ਲਈ ਉਹ ਕਹਿੰਦੇ ਹਨ ਕਿ ਸਾਨੂੰ ਮਨੁੱਖ ਦੇ ਕਰਮ ਦੇਖਣੇ ਚਾਹੀਦੇ ਹਨ, ਨਾ ਕਿ ਉਸਦੀ ਕਾਸਟ।
ठीक है। ਤੇ ਜਿਹੜਾ ਕੋਈ ਮਨੁੱਖ ਚੰਗੇ ਕਰਮ ਕਰਦਾ ਹੈ ਤਾਂ ਉਸਦੀ ਕਾਸਟ ਮੈਟਰ ਨਹੀਂ ਕਰਦੀ। ਭਾਵੇਂ ਕੋਈ ਵੀ ਕਾਸਟ ਦਾ ਮਨੁੱਖ ਹੋਵੇ, ਜਦੋਂ ਪਰਮਾਤਮਾ ਦਾ ਨਾਮ ਲੈਂਦਾ ਹੈ, ਚੰਗੇ ਕੰਮ ਕਰਦਾ ਹੈ ਤਾਂ ਉਸ ਨੂੰ ਸਮਾਜ ਵਿੱਚ ਸਤਿਕਾਰ ਪ੍ਰਾਪਤ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ। ਠੀਕ ਹੈ। ਇਸ ਦਾ ਪ੍ਰਸੰਗ ਲਿਖੋ। ਇਹ ਕਾਵਿ ਟੋਟਾ ਸਾਡੀ ਪਾਠ ਪੁਸਤਕ ਮੱਧਕਾਲੀ ਪੰਜਾਬੀ ਕਾਵਿ ਸੁਰਾਂ ਸੰਪਾਦਕ ਪ੍ਰੋਫੈਸਰ ਸੁਖਦੇਵ ਸਿੰਘ ਵਿੱਚ ਸ਼ਾਮਲ ਪੰਜਾਬੀ ਦੇ ਪ੍ਰਸਿੱਧ ਭਗਤ ਕਵੀ ਭਗਤ ਰਵਿਦਾਸ ਦੇ ਸ਼ਬਦ ਨਾਗਰ ਜਨਾ ਮੇਰੀ ਜਾਤ ਦੀਆਂ ਸਤਰਾਂ ਹਨ। ਇਹਨਾਂ ਸਤਰਾਂ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਨੀਵੀਂ ਜਾਤ ਨਾਲ ਸੰਬੰਧਿਤ ਮਨੁੱਖ ਦਾ ਜੀਵਨ ਵੀ ਪਰਮਾਤਮਾ ਦੀ ਕਿਰਪਾ ਸਦਕਾ ਸਫਲ ਹੋ ਜਾਂਦਾ ਹੈ। ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ, ਪਰਮਾਤਮਾ ਦਾ ਨਾਮ ਲੈਂਦੇ ਹਾਂ ਤਾਂ ਸਾਡਾ ਜੀਵਨ ਸਫਲ ਹੋ ਜਾਂਦਾ ਹੈ, ਭਾਵੇਂ ਅਸੀਂ ਕਿਸੇ ਵੀ ਕਾਸਟ ਤੋਂ ਬਿਲੋਂਗ ਕਰਦੇ ਹਾਂ। ਕਲੀਅਰ। ਨੈਕਸਟ ਸ਼ਬਦ ਦਾ ਸਾਰ ਤੇ ਵਿਸ਼ਾ ਵਸਤੂ। ਨਾਗਰ ਜਨਾ ਮੇਰੀ ਜਾਤ ਸ਼ਬਦ ਭਗਤੀ ਕਾਲ ਨਾਲ ਸੰਬੰਧਿਤ ਮਹਾਨ ਕਵੀ ਰਵਿਦਾਸ ਜੀ ਦੀ ਰਚਨਾ ਹੈ। ਇਸ ਸ਼ਬਦ ਵਿੱਚ ਉਹ ਦੱਸਦੇ ਹਨ ਕਿ ਮੇਰੀ ਜਾਤ ਚਮਿਆਰ ਹੈ, ਪਰ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਭਗਤ ਰਵਿਦਾਸ ਜੀ ਲਿਖਦੇ ਹਨ ਕਿ ਜੇਕਰ ਸ਼ਰਾਬ ਵਿੱਚ ਗੰਗਾ ਦਾ ਪਵਿੱਤਰ ਜਲ ਵੀ ਪਾਇਆ ਜਾਵੇ ਤਾਂ ਉਹ ਪਵਿੱਤਰ ਨਹੀਂ ਹੋ ਸਕਦਾ। ਹੁਣ ਜਦੋਂ ਕੋਈ ਮਨੁੱਖ ਬੁਰੇ ਕੰਮ ਕਰਦਾ ਹੈ ਤਾਂ ਉਸ ਨੂੰ ਪਰਮਾਤਮਾ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ। ਠੀਕ ਹੈ। ਇਸ ਲਈ ਮਨੁੱਖ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਇਸੇ ਤਰ੍ਹਾਂ ਅਪਵਿੱਤਰ ਸਮਝੇ ਜਾਣ ਵਾਲੇ ਤਾੜੀ ਦੇ ਦਰਖਤ ਤੋਂ ਕਾਗਜ਼ ਬਣ ਕੇ ਜਦੋਂ ਉਸ ਉੱਪਰ ਧਾਰਮਿਕ ਗ੍ਰੰਥਾਂ ਦੇ ਸ਼ਬਦ ਲਿਖੇ ਜਾਣ ਤਾਂ ਸਾਰੇ ਲੋਕ ਉਹਨਾਂ ਸ਼ਬਦਾਂ ਸਾਹਮਣੇ ਸੀਸ ਝੁਕਾਉਂਦੇ ਹਨ। ਅਰਥਾਤ ਚੰਗੇ ਆਚਰਣ ਨਾਲ ਨੀਵੀਂ ਜਾਤ ਵਾਲੇ ਮਨੁੱਖ ਉੱਪਰ ਵੀ ਪਰਮਾਤਮਾ ਕਿਰਪਾ ਕਰਕੇ ਉਸਦਾ ਜੀਵਨ ਸਫਲ ਬਣਾ ਦਿੰਦਾ ਹੈ। ਭਗਤ ਰਵਿਦਾਸ ਜੀ ਲਿਖਦੇ ਹਨ ਕਿ ਭਾਵੇਂ ਉਹਨਾਂ ਦੀ ਜਾਤ ਚਮਿਆਰ ਹੈ ਤੇ ਉਹ ਬਨਾਰਸ ਦੇ ਆਲੇ ਦੁਆਲੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਹਨ ਤੇ ਇਸ ਸਮਾਜ ਵਿੱਚ ਬ੍ਰਹਮਣੀ ਸੋਚ ਭਾਰੂ ਹੈ, ਪਰ ਉਹਨਾਂ ਨੇ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਹੋਇਆ ਹੈ। ਸੋ ਇੰਜ ਇਸ ਸ਼ਬਦ ਦਾ ਵਿਸ਼ਾ ਵਸਤੂ ਹੈ ਜਿਹੜਾ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ। ਭਗਤ ਰਵਿਦਾਸ ਜੀ ਨੇ ਉਦਾਹਰਨਾਂ ਸਹਿਤ ਵਿਚਾਰ ਪ੍ਰਗਟ ਕੀਤਾ ਹੈ ਕਿ ਕੋਈ ਵੀ ਪਦਾਰਥ ਆਪਣੇ ਅਸਲੀ ਗੁਣਾ ਨਾਲ ਹੀ ਜਾਣਿਆ ਜਾਂਦਾ ਹੈ। ठीक है। तो कोई भी चीज जो है, कोई भी मनुष्य है, कोई भी प्राणी है, उसका असली ਜਿਹੜਾ ਗੁਣ ਹੈ ਉਸਦੇ ਅੰਦਰ, ਉਸੇ ਤੋਂ ਉਸਦੀ ਪਛਾਣ ਹੁੰਦੀ ਹੈ। ਇਸੇ ਤਰ੍ਹਾਂ ਹਰ ਮਨੁੱਖ ਆਪਣੀ ਜਾਤ ਦੇ ਕਰਮਾਂ ਦੇ ਆਧਾਰ ਤੇ ਹੀ ਪਛਾਣਿਆ ਜਾਂਦਾ ਹੈ, ਪਰ ਮਨੁੱਖ ਨੂੰ ਉਸ ਪਰਮਾਤਮਾ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਪਰਮਾਤਮਾ ਦੀ ਸ਼ਰਨ ਵਿੱਚ ਰਹੇ, ਅਰਥਾਤ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ। ਕਲੀਅਰ। ਨੈਕਸਟ ਹੈ ਸ਼ਬਦ ਦਾ ਕੇਂਦਰੀ ਭਾਵ ਜਾਂ ਸੈਂਟਰਲ ਆਈਡੀਆ। ਸੋ ਨਾਗਰ ਜਨਾ ਮੇਰੀ ਜਾਤ ਸ਼ਬਦ ਮੱਧਕਾਲ ਵਿਚਲੀ ਭਗਤੀ ਲਹਿਰ ਦੇ ਮਹਾਨ ਕਵੀ ਭਗਤ ਰਵਿਦਾਸ ਜੀ ਦੀ ਰਚਨਾ ਹੈ। ਇਸ ਸ਼ਬਦ ਵਿੱਚ ਉਹਨਾਂ ਨੇ ਸ਼ਰਾਬ, ਗੰਗਾ ਨਦੀ ਦੇ ਪਵਿੱਤਰ ਜਲ, ਤਾਲੀ ਦੇ ਰੁੱਖ ਤੋਂ ਬਣਿਆ ਕਾਗਜ਼ ਤੇ ਮਰੇ ਹੋਏ ਪਸ਼ੂ ਚੁੱਕਣ ਦੇ ਕੰਮ ਆਦਿ ਨਾਲ ਸੰਬੰਧਿਤ ਵਿਚਾਰ ਪੇਸ਼ ਕਰਦਿਆਂ ਇਹ ਸਪਸ਼ਟ ਕੀਤਾ ਹੈ ਕਿ ਮਨੁੱਖ ਨੂੰ ਚੰਗੇਰੇ ਕੰਮ ਕਰਨੇ ਚਾਹੀਦੇ ਹਨ। ਕੋਈ ਵੀ ਕੰਮ ਘਟੀਆ ਨਹੀਂ ਹੁੰਦਾ। ਮਤਲਬ ਕਿ ਕਾਸਟ ਤੋਂ ਰਿਲੇਟਡ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕੋਈ ਵੀ ਅਸੀਂ ਕੰਮ ਕਰਦੇ ਹਾਂ, ਛੋਟਾ ਵੱਡਾ ਕੋਈ ਵੀ ਕੰਮ ਜਿਹੜਾ ਹੈ ਉਹ ਘਟੀਆ ਨਹੀਂ ਹੁੰਦਾ। ਬਸ ਮਨੁੱਖ ਨੂੰ ਪਰਮਾਤਮਾ ਦੀ ਸ਼ਰਨ ਵਿੱਚ ਰਹਿਣ ਲਈ ਉਸਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਪਰਮਾਤਮਾ ਦਾ ਨਾਂ ਸਾਨੂੰ ਭੁੱਲਣਾ ਨਹੀਂ ਚਾਹੀਦਾ। ਪਰਮਾਤਮਾ ਦਾ ਨਾਂ ਹਿਰਦੇ ਵਿੱਚ ਵਸਾ ਕੇ ਰੱਖੋ ਤੇ ਕੋਈ ਵੀ ਕੰਮ ਕਰੋ, ਕੋਈ ਵੀ ਕੰਮ ਛੋਟਾ ਜਾਂ ਵੱਡਾ ਜਾਂ ਘਟੀਆ ਨਹੀਂ ਹੁੰਦਾ। ਠੀਕ ਹੈ। ਸੋ ਇੱਥੇ ਇਹ ਸ਼ਬਦ ਕੰਪਲੀਟ ਹੋ ਗਿਆ, ਨਾਗਰ ਜਨਾ ਮੇਰੀ ਜਾਤ। ਜੇ ਵੀਡੀਓ ਹੈਲਪਫੁਲ ਲੱਗੀ ਹੈ ਤਾਂ ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ, ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ। PDF ਨੋਟਸ ਬਾਏ ਕਰਨ ਵਾਸਤੇ ਮੇਰਾ WhatsApp ਨੰਬਰ ਹੈ 7526827483। ਬੈਸਟ ਆਫ ਲੱਕ, ਬਾਏ ਬਾਏ, ਟੇਕ ਕੇਅਰ।